ਉਹ ਕਿਵੇਂ ਬਰਦਾਸ਼ਤ ਕਰਨ ਕਿ ਕੋਈ ਬਾਹਰ ਤੋਂ ਆ ਕੇ ਇਹ ਮੋਦੀ ਦੀ ਕਾਰ ਨੂੰ ਸੰਭਾਲ ਲਏ। ਇਸੇ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ ਦੌਲਤ ਖਾਂ ਲੋਧੀ ਦੇ ਕੋਲ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ, ਔਰ ਇਹਨਾਂ 3 ਸਾਲਾਂ ਦੇ ਵਿੱਚ 3 ਵਾਰ ਸ਼ਿਕਾਇਤ ਹੁੰਦੀ ਹੈ, ਔਰ 3 ਵਾਰ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕੋਲੋਂ ਹਿਸਾਬ ਕਿਤਾਬ ਪੁੱਛਿਆ ਜਾਂਦਾ ਹੈ। ਤੁਸੀਂ ਹੈਰਾਨ ਹੋਗੇ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ 3 ਵਾਰੀ ਹੀ ਮਹਾਰਾਜ ਦੇ ਬਲ ਵਧਿਆ ਹੀ ਆ, ਘਟਿਆ ਨਹੀਂ। ਭਾਈ ਸੰਤੋਖ ਸਿੰਘ ਆਖਦੇ ਨੇ ਕਿ ਜਦੋਂ ਤੀਸਰੀ ਵਾਰੀ ਹਿਸਾਬ ਕਿਤਾਬ ਕੀਤਾ ਨਾ ਤੇ 360 ਰੁਪਏ ਵੱਧ ਸਨ, 760 ਰੁਪਏ ਵੱਧ ਸਨ। ਤੇ ਉਹ 760 ਦੀ ਜੇ ਅੱਜ ਦੀ ਗੱਲ ਕਹੀਏ ਤੇ ਕਰੋੜਾਂ ਰੁਪਏ। ਪਰ ਉਸ ਦਿਨ ਤੋਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਘਰ ਵਾਲਿਆਂ ਨਾਲ ਸਲਾਹ ਕਰਕੇ ਮੋਦੀ ਦੀ ਕਾਰ ਦੀ ਜੋ ਸੇਵਾ ਹੈ ਨਾ, ਉਹ ਚਾਬੀਆਂ ਨਵਾਬ ਦੌਲਤ ਖਾਂ ਦੇ ਹੱਥ ਦੇ ਪਕੜਾ ਕੇ ਆਖਣ ਲੱਗੇ, ਨਵਾਬ ਜੀ ਅੱਜ ਤੋਂ ਬਾਅਦ ਇਹ ਤੁਹਾਡੀ ਸੇਵਾ ਮੈਂ ਨਹੀਂ ਕਰ ਸਕਦਾ, ਕਿਉਂਕਿ ਜਿਸ ਕੰਮ ਦੇ ਵਿੱਚ ਸ਼ੰਕਾ ਹੋਏ ਨਾ, ਭਰੋਸਾ ਨਾ ਹੋਏ, ਉਹ ਕੰਮ ਨਹੀਂ ਕਰਨਾ ਚਾਹੀਦਾ। ਪਰ ਇਸ ਗੱਲ ਨੂੰ ਛੋੜਨ ਤੋਂ ਪਹਿਲਾਂ ਬਾਬੇ ਨਾਨਕ ਨੇ ਜੈ ਰਾਮ ਜੀ, ਬੇਬੇ ਨਾਨਕੀ ਜੀ, ਪਿਤਾ ਮਹਿਤਾ ਕਲਿਆਣ ਦਾਸ ਜੀ, ਇਹ ਪਰਿਵਾਰ ਦੇ ਨਾਲ ਸਲਾਹ ਕਰਕੇ ਇਹ ਕਾਰਜ ਕੀਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੋ ਰੋਜ਼ਾਨਾ ਵੇਈ ਨਦੀ ਤੇ ਜਾਂਦੇ ਸਨ, ਅੱਜ ਵੀ ਇਸ਼ਨਾਨ ਕਰਨ ਜਦੋਂ ਗਏ, ਵੇਈ ਦੇ ਵਿੱਚ ਪ੍ਰਵੇਸ਼ ਕਰਦਿਆਂ ਤੇ ਉਹਨਾਂ ਦੇ ਸੇਵਕਾਂ ਨੇ ਦੇਖਿਆ। ਪਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬਾਹਰ ਨਾ ਆਏ ਨਾ, ਜੋ ਸੇਵਕ ਸਨ ਉਹ ਆਪਸ ਘਰ ਆ ਗਏ ਤੇ ਘਰ ਆ ਕੇ ਰੌਲਾ ਪਾਇਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਵੇਈ ਨਦੀ ਤੇ ਚੋਂ ਬਾਹਰ ਨਿਕਲੇ ਹੀ ਨਹੀਂ। ਹੁਣ ਸੁਲਤਾਨਪੁਰ ਦੀ ਉਹ ਧਰਤੀ ਹੈ ਜਿੱਥੇ ਦਾ ਹਰ ਇੱਕ ਬਸ਼ਿੰਦਾ ਜਿਹੜਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪਿਆਰ ਕਰਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਕੀਦਾ ਕਰਦਾ ਹੈ, ਤੇ ਵੇਈ ਨਦੀ ਦੇ ਕੋਲ ਲੋਕਾਂ ਦਾ ਇਕੱਠ ਹੋ ਗਿਆ। ਬਹੁਤ ਸੈਂਕੜਿਆਂ ਦੀ ਤਾਦਾਦ ਦੇ ਲੋਕ ਇਕੱਠੇ ਹੋਏ, ਔਰ ਬੜੇ ਯਤਨ ਕੀਤੇ ਗਏ ਕਿ ਵੇਈ ਨਦੀ ਦੇ ਵਿੱਚ ਗੋਤਾਖੋਰਿਆਂ ਨੇ ਗੋਤੇ ਮਾਰੇ, ਹੋਰ ਬੜੇ ਯਤਨ ਕੀਤੇ ਗਏ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਵੇਈ ਨਦੀ ਦੇ ਚੋਂ ਲੱਭਿਆ ਜਾਏ। ਹੁਣ ਸਾਧ ਸੰਗਤ ਇੱਕ ਦਿਨ ਰਾਤ, ਫਿਰ ਦੂਸਰਾ ਦਿਨ, ਦੂਸਰੀ ਰਾਤ, ਤੀਸਰੇ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਵੇਈ ਦੇ ਚੋਂ ਬਾਹਰ ਆਏ ਨੇ। ਇਤਿਹਾਸ ਹੈ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਅਸੀਂ ਉਸ ਦ੍ਰਿਸ਼ਟੀ ਨੇ ਨਾਲ ਦੇਖਿਆ ਹੀ ਨਹੀਂ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਮਹਾਰਾਜ ਮਨੁੱਖੀ ਜਾਮੇ ਦੇ ਵਿੱਚ ਸਰੀਰ ਧਾਰ ਕੇ ਸੰਸਾਰ 'ਚ ਆਏ ਜ਼ਰੂਰ ਨੇ, ਪਰ ਰੱਬੀ ਬਾਣੀ ਦਾ ਬਚਨ ਹੈ ਕਿ ਆਪ ਨਾਰਾਇਣ ਕਲਾ ਧਾਰ, ਆਪ ਨਾਰਾਇਣ ਪਰਮੇਸ਼ਰ ਕਲਾ ਤੋਂ ਭਾਵ ਤਾਕਤਾਂ ਧਾਰ ਕੇ ਉਹ ਸ਼ਕਤੀਆਂ ਦਾ ਜੋ ਮਾਲਕ ਹੈ, ਜਗਤ ਦੇ ਉਹ ਪਰਵਿਰਤ ਹੋਏ ਨੇ। ਪਹਿਲੇ ਦਿਨ ਵੀ ਲੋਕਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਈ ਨਦੀ ਦੇ ਵਿੱਚ ਬੜੇ ਯਤਨ ਕੀਤੇ ਬਾਬੇ ਨਾਨਕ ਨੂੰ ਲੱਭਣ ਦੇ। ਸੁਲਤਾਨਪੁਰ ਔਰ ਹੋਰ ਜੋ ਲੋਕ ਸਨ ਆ ਕੇ ਇਕੱਠੇ ਹੋਏ, ਤੇ ਸਾਰੀਆਂ ਦੀਆਂ ਅੱਖਾਂ ਸੇਜਲ ਸਨ ਕਿ ਬਾਬਾ ਨਾਨਕ ਵੇਈ ਦੇ ਅੰਦਰ ਡੁੱਬ ਗਏ। ਪਰ ਕੇਵਲ 2 ਅੱਖਾਂ ਐਸੀਆਂ ਸਨ ਜੋ ਸੇਜਲ ਨਹੀਂ ਹੋਈਆਂ, ਜਿਨ੍ਹਾਂ ਦੇ ਵਿੱਚ ਅਥਰੂ ਨਹੀਂ ਆਏ, ਉਹ ਸਨ ਬੇਬੇ ਨਾਨਕੀ ਦੀਆਂ। ਬੇਬੇ ਨਾਨਕ ਕਹਿਣ ਲੱਗੀ, ਜਗਤ ਨੂੰ ਤਾਰਨ ਵਾਲਾ ਨਾਨਕ ਉਹ ਕਿਵੇਂ ਡੁੱਬ ਸਕਦਾ ਹੈ, ਉਹ ਤੇ ਤਾਰਨ ਆਏ ਨੇ ਲੋਕਾਂ ਨੂੰ। ਲੋਕਾਂ ਨੇ ਸੋਚਿਆ ਹੋ ਸਕਦਾ ਹੈ ਕਿ ਬੇਬੇ ਨਾਨਕੀ ਪੱਥਰ ਬਣ ਗਈ ਹੋਏ, ਕਈ ਵਾਰ ਦੁੱਖ ਬਰਦਾਸ਼ਤ ਨਹੀਂ ਹੁੰਦਾ। ਉਹ ਕਹਿਣ ਲੱਗੇ, ਬੇਬੇ ਹੁਣ ਤਲਵੰਡੀ ਵੱਲ ਨਿਗਾਹ ਨਾ ਕਰੀ, ਹੁਣ ਤੇਰਾ ਭਰਾ ਵੀਰਾ ਉੱਥੋਂ ਨਹੀਂ ਆਏਗਾ। ਬੇਬੇ ਨਾਨਕੀ ਹੁਣ ਤੇਰਾ ਵੀਰ ਨਾਨਕ ਉਸਨੇ ਨਹੀਂ ਆਣਾ ਤੇਰੇ ਘਰ। ਬੜੇ ਯਤਨ ਕੀਤੇ ਗਏ, ਪਰ ਬੇਬੇ ਨਾਨਕੀ ਅਡੋਲ ਸਨ। ਭਰੋਸਾ ਸੀ, ਕਿਉਂਕਿ ਜੇ ਬਾਬੇ ਨਾਨਕ ਨੂੰ ਕਿਸੇ ਨੇ ਪਹਿਲੀ ਵਾਰ ਪਛਾਣਿਆ, ਉਹ ਬੇਬੇ ਨਾਨਕੀ ਹੈ। ਫਿਰ ਰਾਏ ਬੁਲਾ ਰਿਹਾ ਹੈ। ਸਾਧ ਸੰਗਤ, ਇਹ 2 ਦਿਨ ਤੇ ਤੀਸਰੇ ਦਿਨ ਬਾਬਾ ਨਾਨਕ ਪ੍ਰਗਟ ਹੋਏ। ਇਸ ਦੇ ਵਿੱਚ ਜੋ ਘਟਨਾ ਹੈ, ਬਾਬਾ ਨਾਨਕ
जो आप परमेश्वर दे नाल उन्हां दा मिलाप होया। सो साखी दे विच ये बचन ने और सारे विद्वानां ने इस गल नूं मन्निया है कि निरंकार दी और गुरु नानक सच्चे पातशाह महाराज दा फिर जदों मिलाप होया ते जो गल्लां होईयां वो कोड कीतियां ने। आखन लगे परमेश्वर ने गुरु नानक सच्चे पातशाह नूं ये गल कही, आखन लगे नानक जिस ऊपर तेरी नज़र उस ऊपर मेरी नज़र, कि हे नानक जिस दे ऊपर तेरी नज़र सबली हो जाएगी ना उहदे पर मेरी नज़र है। जिस ऊपर तेरी नज़र तिस ऊपर मेरी नज़र, जिस ऊपर तेरा कर्म तिस ऊपर मेरा कर्म। कर्म तो भाव है बख्शिश रहमत। जिस दे पर तेरा कर्म होएगा उस पर मेरा कर्म होएगा। बस फर्क केवल इतना है कि तेरा नाम गुर परमेश्वर, मेरा नाम पार ब्रह्म परमेश्वर। तो गुरु रूप दे विच जगत दे विच देह धारण कीती है ते परमेश्वर जिहड़ा है पार ब्रह्म परमेश्वर निर्गुण रूप है। कह लगे नानक तेरे विच और मेरे विच बस इतना ही फर्क है कि जिस पर तेरी नज़र उस पर मेरी नज़र, जिस पर तेरा कर्म तिस ऊपर मेरा कर्म। तेरा नाम गुर परमेश्वर, मेरा नाम पार ब्रह्म परमेश्वर। गुरु नानक सच्चे पातशाह महाराज जदों बेई दे विचों बाहर निकलते ने, लोकां दी खुशी दा ठिकाना ना रहा। लोगों ने जाके बेबे नूं आख्या बेबे तू जित गई है, सुल्तानपुर हार गया, इत्थे दे लोगों की शरधा हार गई, पर तेरा भरोसा अडोल है। बाबा नानक प्रगट हुए ने। गुरु नानक सच्चे पातशाह वेई तो फिर शमशान जाते ने। इत्थे गुरुदेव पातशाह ने मूल मंत्र उचारण किया, एक ओंकार सतनाम करता पुरख निरभो निर्वैर, अकाल मूरत अजूनी सै भंग गुर प्रसाद। ये मूल मंत्र गुरु ग्रंथ साहिब महाराज अंदर 33 वार गुरुदेव पातशाह ने उचारण किया है, अंकित है। गुरुदेव महाराज शमशान तो फिर अपने घर पहुँचे ने। साध संगत गुरु नानक सच्चे पातशाह ने जो भाई गुरदास जी आखते हैं कि बाबा देखे ध्यान धर जलती सब पृथ्वी दिस आई। बाबा नानक देखते ने जदों ध्यान करके सारी पृथ्वी जलदी हुई नजर आती है। नहीं तो किदा मन करता है, तुसी सारे गृहस्थी हो, परिवार वाले हो, किसी का हिया करता है कि अपने परिवार नूं, अपने बच्चों नूं, संसार के सुखों नूं कोई त्याग के उदासियां वल तुर पे। कुर्बान जाना चाहिए बाबे नानक तो। गुरुदेव पातशाह साडे दुखों नूं नहीं सहार सके ते महाराज ने अपना भरिया हुआ परिवार, सारे सुख, किसी चीज़ की कमी नहीं, ते महाराज लुकाई दी भलाई वास्ते सरबत दे भले लई बाबे नानक ने उदासियां का, जिन्हों असीं यात्रावां कह दिंदे हाँ, उहदा रुख धारण किया। साध संगत जदों प्रशादा बन के तैयार होए ना, घट तो घट मालिक का शुकराना करिए। बाबा नानक अपने मूँह दे पर चपेड़ा खा के सानू प्रशादा देता है। घटो घट उस मालिक का शुक्र करिए, दाता तेरा शुकराना है तेरा। गुरु नानक सच्चे पातशाह महाराज परिवार दे नाल सलाह करते ने। सतगुरु महाराज के पिता जी, माता जी, भैन बेबे नानकी, भाईया जयराम जी, होर भी परिवार के जी इकट्ठे होए ते बाबे नानक ने फिर अपनी अगली यात्रा के बारे दसिया। इत्थे मैं बेनती करा, महात्मा बुद्ध जदों घर तो निकले सन्ना ते रात दे अद्धी रात जदों उन्हां दी धर्म पत्नी यशोधरा भी सुती हुई है, उन्हां दा सपुत्र जिहड़ा है राहुल भी सुता हुआ है। अद्धी रात महात्मा बुद्ध अपना घर बार त्याग के गए, पर इत्थे दिन चढ़िया हुआ है। परिवार दीयां सारियां जिम्मेवारियां नूं दे के गुरु नानक सच्चे पातशाह महाराज
ਗੁਰਦੇਵ ਪਾਤਸ਼ਾਹ ਨੇ ਮਰਦਾਨਾ ਜੀ ਨੂੰ ਤਿਆਰ ਕੀਤਾ ਤੇ ਸਾਧ ਸੰਗਤ ਮਰਦਾਨੇ ਨੂੰ ਕਿਹਾ ਕਿ ਜਾਓ ਜਾ ਕੇ ਫਿਰੰਦੇ ਭਾਈ ਫਿਰੰਦੇ ਜੀ ਕੋਲੋਂ ਜਾ ਕੇ ਰਬਾਬ ਲੈ ਕੇ ਆਓ। ਫਿਰੰਦਾ ਜੀ ਦੇ ਕੋਲ ਮਰਦਾਨਾ ਜੀ ਪਹੁੰਚੇ, ਬੇਬੇ ਨਾਨਕੀ ਕੋਲੋਂ 20 ਰੁਪਏ ਲੈ ਕੇ ਦਿੱਤੇ। ਪਰ ਜਦੋਂ ਰਬਾਬ ਲੈਣ ਵਾਸਤੇ ਪਹੁੰਚੇ ਨਾ ਤੇ ਫਿਰੰਦੇ ਨੇ ਆਖਿਆ ਕੁਝ ਭੇਟਾ ਲੈ ਕੇ ਆਏ। ਮਰਦਾਨਾ ਜੀ ਕਹਿਣ ਲੱਗੇ ਜ਼ਰੂਰ ਮੈਂ ਭੇਟਾ ਲੈ ਕੇ ਆਇਆ। ਦੱਸੋ ਕਿਤਨੀ ਭੇਟਾ ਹੈ? 1 ਟਕਾ ਹੈ, 10 ਟਕੇ ਨੇ, 1 ਰੁਪਇਆ ਹੈ, 5 ਰੁਪਏ ਨੇ, ਕਿਤਨੀ ਭੇਟਾ ਹੈ? ਤੇ ਭਾਈ ਫਿਰੰਦੇ ਨੇ ਆਖਿਆ ਇਹ ਪੈਸੇ, ਅਨਾਜ, ਇਹ ਭੇਟਾ ਨਹੀਂ, ਇਸ ਰਬਾਬ ਦੀ ਕੇਵਲ ਇੱਕੋ ਹੀ ਭੇਟਾ ਹੈ ਕਿ ਇਹ ਮਰਦਾਨਾ ਜੀ ਜਦੋਂ ਵੀ ਇਹ ਰਬਾਬ ਵਜੇ ਨਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਨਮੁਖ ਹੀ ਵਜੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਨਮੁਖ ਇਹ ਰਬਾਬ ਵਜਾਣੀ ਹੈ। ਤੇ ਸਾਧ ਸੰਗਤ ਮਰਦਾਨਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ, ਕਿਉਂਕਿ ਮਰਦਾਨਾ ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਅੱਧੀ ਸਦੀ, ਤਕਰੀਬਨ 50 ਸਾਲ, ਕਈ ਇਤਿਹਾਸਕਾਰ 47 ਸਾਲ ਲਿਖਦੇ ਨੇ, ਕਈ 53 ਸਾਲ ਲਿਖਦੇ ਨੇ, ਕਹਿ ਲਵੇ ਅੱਧੀ ਸਦੀ, ਸਭ ਤੋਂ ਵੱਧ ਜੇ ਸੰਗਤ ਕੀਤੀ ਮਰਦਾਨਾ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ। ਔਰ ਉਹਨਾਂ ਵਿਖੜਿਆਂ ਰਾਹਾਂ ਦੇ ਉੱਪਰੋਂ ਸਾਧ ਸੰਗਤ ਅੱਜ ਤੇ ਯਾਤਰਾ ਕਰਨੀ ਹੋਏ ਨਾ ਤੇ ਬੜਾ ਸੌਖਾ ਹੈ। ਸਾਡੇ ਕੋਲ ਬੜੀਆਂ ਕਨਵੈਂਸ ਨੇ। ਉਸ ਵੇਲੇ ਵਿਖੜੇ ਰਾਹ ਨੇ, ਜੰਗਲ ਨੇ, ਨਾ ਪਾਣੀ ਦਾ ਕੋਈ ਪ੍ਰਬੰਧ ਹੈ, ਨਾ ਕੋਈ ਲੰਗਰ ਦਾ ਕੋਈ ਪ੍ਰਬੰਧ ਹੈ। ਕਈ ਦਿਨ ਭੁੱਖੇ ਰਹਿਣਾ ਪੈਂਦਾ ਸੀ। ਇਤਿਹਾਸਕਾਰ ਆਖਦੇ ਨੇ ਕਿ ਤਕਰੀਬਨ 45,000 ਤੋਂ ਲੈ ਕੇ 48,000 ਤੱਕ ਮਹਾਰਾਜ ਨੇ ਪੈਦਲ ਸਫ਼ਰ ਕੀਤਾ ਮਰਦਾਨੇ ਜੀ ਦੇ ਨਾਲ। ਔਰ ਉਹ ਮਰਦਾਨਾ ਜਿਨ੍ਹਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਸ਼ਬਦ ਦੇ ਨਾਲ ਨਿਵਾਜਿਆ, ਭਾਈ ਮਰਦਾਨਾ ਸ਼ਬਦ ਵਰਤਿਆ ਮਹਾਰਾਜ ਨੇ। ਮਰਦਾਨਾ ਜੀ ਨੇ ਇੱਕ ਵਾਰੀ ਬੇਨਤੀ ਕੀਤੀ, ਗੁਰਦੇਵ ਪਾਤਸ਼ਾਹ ਤੁਹਾਡੇ ਚਰਨਾਂ ਦੇ ਨਾਲ ਜੁੜ ਕੇ ਬੇਅੰਤ ਜੀਵ ਤਰ ਗਏ ਨੇ ਕਿ ਤਾਰੇ ਗਿਨੇ ਜਾਤ ਹੈ, ਨਾ ਤਾਰੇ ਗਿਨੇ ਜਾਤ ਹੈ, ਕੁਝ ਮੈਨੂੰ ਵੀ ਉਪਦੇਸ਼ ਦਿਓ। ਬਾਬੇ ਨਾਨਕ ਨੇ ਆਖਿਆ ਮਰਦਾਨਿਆਂ ਜੀਵਨ ਦੇ ਅੰਦਰ 3 ਗੱਲਾਂ ਕਮਾਲ ਹੈ। ਇੱਕ ਤੇ ਅੰਮ੍ਰਿਤ ਵੇਲੇ ਉੱਠ ਕੇ ਸਤਨਾਮ ਦਾ ਜਾਪ ਕਰਨਾ, ਦੂਸਰਾ ਆਏ ਹੋਏ ਦੀ ਆਪਣੀ ਸਮਰੱਥਾ ਦੇ ਮੁਤਾਬਕ ਉਹਦੀ ਸੇਵਾ ਕਰਨੀ, ਔਰ ਤੀਸਰਾ ਕੇਸਾਂ ਦੀ ਕਦੇ ਬੇਅਦਬੀ ਨਹੀਂ ਕਰਨੀ। ਇਹ 3 ਬਚਨ ਆਪਣੇ ਜੀਵਨ ਦੇ ਅੰਦਰ ਕਮਾਲ ਹੈ, ਤੇਰਾ ਜੀਵਨ ਸਫਲਾ ਹੈ। ਖੈਰ ਮਰਦਾਨਾ ਜੀ ਫਿਰੰਦੇ ਦੇ ਕੋਲੋਂ ਜਦੋਂ ਰਬਾਬ ਲੈ ਕੇ ਆਏ, ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਮਰਦਾਨਾ ਜੀ ਨੇ ਯਾਤਰਾ ਜਦੋਂ ਸ਼ੁਰੂ ਕੀਤੀ ਤੇ ਪਹਿਲਾ ਜਿਹੜਾ ਪੜਾਵ ਹੈ ਉਹ ਦੁਨੀ ਚੰਦ ਦਾ ਘਰ, ਜਿਹਨੂੰ ਲਾਹੌਰ ਕਿਹਾ ਜਾਂਦਾ ਹੈ। ਲਾਹੌਰ ਦੀ ਧਰਤੀ ਉੱਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨਾ ਤੇ ਸੁਭਾਵਕ ਹੀ ਦੁਨੀ ਚੰਦ ਨੇ ਆਪਣੇ ਪਿਤਾ ਦਾ ਸ਼ਰਾਧ ਕੀਤਾ ਹੋਇਆ, ਉਹ ਲੰਗਰ ਛਕਾ ਰਿਹਾ ਹੈ। ਪਤਾ ਲੱਗਾ ਬਾਬਾ ਨਾਨਕ ਆਏ ਨੇ ਤੇ ਆਖਣ ਲੱਗਾ ਕਿ ਮੇਰੇ ਪਿਤਾ ਦਾ ਸ਼ਰਾਧ ਹੈ, ਤੁਸੀਂ ਵੀ ਆ ਕੇ ਪ੍ਰਸ਼ਾਦਾ ਛਕੋ। ਪਰ ਉਸ ਦੇ ਨਾਲ ਹੀ ਉਸਨੇ ਘਰ ਦੇ ਵਿੱਚ 7 ਝੰਡੇ ਲਾਏ ਹੋਏ ਨੇ। ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਇਹ 7 ਝੰਡੇ ਕਿਸ ਗੱਲ ਦੇ ਪ੍ਰਤੀਕ ਨੇ? ਮਹਾਰਾਜ ਕਹਿਣ ਲੱਗੇ ਦੁਨੀ ਚੰਦ ਕੋਲੋਂ ਪੁੱਛ ਲੈਂਦੇ ਆ। ਦੁਨੀ ਚੰਦ ਨੇ ਆਖਿਆ ਗੁਰਦੇਵ ਪਾਤਸ਼ਾਹ ਆਪਣੀ ਮਲਕੀਅਤ ਦੇ ਬਾਰੇ, ਆਪਣੀ ਜਾਇਦਾਦ ਦੱਸਣ ਵਾਸਤੇ ਇਹ ਪ੍ਰਤੀਕ ਨੇ ਕਿ 7 ਝੰਡੇ ਮੇਰੇ ਕੋਲ 7 ਲੱਖ ਹੈ। ਮਹਾਰਾਜ ਨੇ ਸੂਈ ਦਿੱਤੀ ਤੇ ਕਹਿਣ ਲੱਗੇ ਪਾਤਸ਼ਾਹ ਅਸੀਂ ਤੇਰੇ ਕੋਲ ਦਰਗਾਹ ਦੇ ਵਿੱਚ ਲੈ ਲਵਾਂਗੇ। ਉੱਥੇ ਗੁਰਦੇਵ ਪਾਤਸ਼ਾਹ ਨੇ ਜਿੱਥੇ ਦੁਨੀ ਚੰਦ ਨੂੰ ਸਮਝਾਇਆ, ਕਿਉਂਕਿ ਬੜੀ ਲੰਮੇਰੀ ਸਾਖੀ ਹੈ, ਮਹਾਰਾਜ ਨੇ ਉੱਥੇ ਸਲੋਕ ਉਚਾਰਨ ਕੀਤਾ ਜੋ ਆਸਾ ਕੀ ਵਾਰ ਦੇ ਅੰਦਰ ਅਸੀਂ ਪੜ੍ਹਦੇ ਹਾਂ ਕਿ ਜੇ ਮੁਹਾਕਾ ਘਰ ਮੋਹ ਹੈ, ਘਰ ਮੋਹ ਪਿਤਰੀ ਦੇ ਅੱਗੇ ਵਸ ਸੰਜਾਣੀਏ, ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ, ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਜੋ ਜੀਵ ਸੰਸਾਰ ਦੇ ਕਮਾਉਂਦਾ ਹੈ ਨਾ ਉਹੀ ਨਾਲ ਜਾਂਦਾ ਹੈ। ਸੋ ਗੁਰਦੇਵ ਪਾਤਸ਼ਾਹ ਮਹਾਰਾਜ ਇਸ ਸ਼ਲੋਕ ਦੀ ਮੈਂ ਕਈ ਵਾਰ ਪਹਿਲਾਂ ਵੀ ਆਖਿਆ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਸਮਝਾਇਆ, ਆਖਣ ਲੱਗੇ ਜੇ ਕੋਈ ਚੋਰ ਵੀ, ਠੱਗ ਵੀ ਆਪਣੇ ਪਿਤਾ, ਆਪਣੇ ਬਜ਼ੁਰਗਾਂ ਲਈ ਉਹਨਾਂ ਦੇ ਨਿਮਿਤ ਸ਼ਰਾਧ ਕਰਾਏ
ਔਰ ਉਹਦਾ ਦਿੱਤਾ ਹੋਇਆ ਦਾਨ ਅੱਗੇ ਪਹੁੰਚ ਜਾਏ ਤੇ ਮਹਾਰਾਜ ਆਖਦੇ ਨੇ ਕਿ ਪਿਤਰੀ ਚੋਰ ਕਰੇ, ਪਿਤਰਾਂ ਨੂੰ ਵੀ ਚੋਰ ਬਣਾ ਦੇਗਾ। ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ। ਤੇ ਜਿਹੜੇ ਫਿਰ ਦਲਾਲ ਨੇ, ਜਿਹੜੇ ਵਿਚੋਲੀਏ, ਕਹਿੰਦੇ ਅਸੀਂ ਸਮਾਨ ਪਹੁੰਚਾ ਦਿਆਂਗੇ। ਮਹਾਰਾਜ ਆਖਦੇ ਕਿ ਉਹਨਾਂ ਦੇ ਹੱਥ ਵੱਢੇ ਜਾਣਗੇ। ਪਰਮਾਤਮਾ ਦੇ ਘਰ ਇਹ ਨਿਆਂ ਵਰਤਦਾ ਹੈ, ਉਹਨਾਂ ਨੂੰ ਹੱਕ ਖੋਹ ਲੈ ਜਾਂਦੇ ਨੇ। ਗੁਰਦੇਵ ਪਾਤਸ਼ਾਹ ਮਹਾਰਾਜ ਜਿੱਥੇ ਇਹ ਗੱਲ ਗੁਰਦੇਵ ਪਾਤਸ਼ਾਹ ਨੇ ਸਮਝਾਈ, ਇੱਥੇ ਇੱਕ ਗੱਲ ਯਾਦ ਰੱਖਣਾ, ਦਰਬਾਰ ਸਾਹਿਬ ਦੇ ਵੀ ਤੁਸੀਂ ਰੋਜ਼ ਹੀ ਦੇਖਦੇ, ਸੁਣਦੇ, ਪੜ੍ਹਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਣ ਤੋਂ ਪਹਿਲਾਂ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ ਔਰ ਤਕਰੀਬਨ ਅੱਧੀ ਆਸਾ ਦੀ ਵਾਰ ਉਹ ਲੱਗ ਜਾਂਦੀ ਹੈ। ਅਸੀਂ 15 ਪੌੜੀਆਂ ਕਹਿੰਦੇ ਹਾਂ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। 9 ਪੌੜੀਆਂ ਉਸ ਤੋਂ ਬਾਅਦ ਕੀਰਤਨ ਦੀਆਂ ਸਮਾਪਤ ਹੁੰਦੀਆਂ ਨੇ। ਹੁਣ ਕੋਈ ਸਵਾਲ ਕਰ ਲੇ, ਭਈ ਪਹਿਲੇ ਪ੍ਰਕਾਸ਼ ਕਰ ਲਿਓ, ਜਿਵੇਂ ਆਮ ਗੁਰਦੁਆਰਿਆਂ ਦੇ ਪ੍ਰਕਾਸ਼ ਕੀਤਾ ਜਾਂਦਾ ਹੈ, ਫਿਰ ਆਸਾ ਕੀ ਵਾਰ ਦਾ ਕੀਰਤਨ ਰਾਗੀ ਸਿੰਘ ਕਰਦੇ ਨੇ। ਪਰ ਇਹ ਕਿਉਂ ਮਰਿਆਦਾ ਹੈ? ਅਸਲ ਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੁਨੀ ਚੰਦ ਦੇ ਦਰਵਾਜ਼ੇ ਦੇ ਉੱਪਰ ਬੈਠ ਕੇ ਮਹਾਰਾਜ ਨੇ ਆਸਾ ਕੀ ਵਾਰ ਉਚਾਰਨ ਕੀਤੀ ਔਰ ਜਿਤਨੀ ਆਸਾ ਕੀ ਵਾਰ ਉਚਾਰਨ ਕੀਤੀ ਉਤਨੀ ਆਸਾ ਕੀ ਵਾਰ ਦਰਬਾਰ ਸਾਹਿਬ ਦੇ ਪੜ੍ਹੀ ਜਾਂਦੀ ਹੈ। ਅੱਧੀ ਆਸਾ ਕੀ ਵਾਰ 9 ਪੌੜੀਆਂ ਪਾਕ ਪਟਨ ਬਾਬਾ ਫਰੀਦ ਸਾਹਿਬ ਦੇ ਸਥਾਨ ਦੇ ਉੱਪਰ ਜਾ ਕੇ ਮਹਾਰਾਜ ਨੇ ਉਚਾਰਨ ਕੀਤੀ, ਜੋ ਆਸਾ ਕੀ ਵਾਰ ਪ੍ਰਕਾਸ਼ ਤੋਂ ਬਾਅਦ ਜਿਹੜੀ ਹੈ ਉਚਾਰਨ ਕੀਤੀ ਜਾਂਦੀ ਹੈ ਜਾਂ ਉਹਦਾ ਕੀਰਤਨ ਹੁੰਦਾ ਹੈ। ਇਹ ਮਰਿਆਦਾ ਹੈ ਦਰਬਾਰ ਸਾਹਿਬ ਦੀ। ਸੋ ਗੁਰਦੇਵ ਪਾਤਸ਼ਾਹ ਨੇ ਲਾਹੌਰ ਦੀ ਧਰਤੀ ਉੱਪਰ ਮਹਾਰਾਜ ਨੇ ਆਸਾ ਕੀ ਵਾਰ ਜਿਹੜੀ ਹੈ ਉਚਾਰਨ ਕੀਤੀ। ਗੁਰਦੇਵ ਪਾਤਸ਼ਾਹ ਲਾਹੌਰ ਤੋਂ ਵਾਪਸ ਆਏ। ਇਹ ਸਮਾਂ ਜਿਹੜਾ ਹੈ ਤਕਰੀਬਨ ਪੌਣੇ 3 ਸਾਲ ਦਾ ਸਮਾਂ ਹੈ। ਇੱਥੇ ਮਹਿਤਾ ਕਾਲੂ ਜੀ, ਮਾਂ ਤ੍ਰਿਪਤਾ ਨੇ ਦੇਖਿਆ ਕਿ ਬਾਬਾ ਨਾਨਕ ਆਏ ਨੇ। ਇਤਿਹਾਸਕਾਰ ਕਹਿੰਦੇ ਨੇ ਕਿ ਪਿਤਾ ਨੇ ਇੱਕ ਗੱਲ ਕਹੀ, ਆਖਣ ਲੱਗੇ, ਬੇਟਾ ਨਾਨਕ, ਮੈਂ ਤੇਰੇ ਕੋਲੋਂ ਕੁਝ ਨਹੀਂ ਮੰਗਿਆ। ਤੂੰ ਭਾਵੇਂ ਮੋਦੀ ਦੀ ਕਾਰ ਕੀਤੀ, ਭਾਵੇਂ ਨਹੀਂ ਕੀਤੀ, ਜਿਤਨਾ ਵੀ ਸਮਾਂ ਕੀਤਾ ਹੈ ਮੈਂ ਤੈਨੂੰ ਕੁਝ ਨਹੀਂ ਕਿਹਾ। ਤੂੰ ਇੱਥੇ ਰਹਿ ਕਰਕੇ ਵੀ ਖੇਤੀਬਾੜੀ ਨੂੰ ਵੀ ਨਹੀਂ ਸੰਭਾਲਿਆ, ਮੈਂ ਤਾਂ ਵੀ ਤੈਨੂੰ ਕੁਝ ਨਹੀਂ ਕਿਹਾ। ਪਰ ਮੇਰੀ ਵੀ ਇੱਕ ਮੰਗ ਹੈ। ਹੁਣ ਮੇਰੀ ਉਮਰ ਜਿਹੜੀ ਹੈ ਤਕਰੀਬਨ 67 ਸਾਲ ਦੀ ਹੈ ਤੇ ਸਮੇਂ ਦਾ ਕੋਈ ਪਤਾ ਨਹੀਂ। ਮੈਂ ਇਹ ਚਾਹੁੰਦਾ ਹਾਂ ਕਿ ਜਦੋਂ ਮੈਂ ਸੰਸਾਰ ਤੋਂ ਰੁਖਸਤ ਕਰਕੇ ਜਾਵਾਂ ਤੇ ਲੋਕਾਂ ਦੇ ਮੋਢਿਆਂ ਦੇ ਉੱਪਰ ਨਾ ਜਾਵਾਂ। ਘੱਟ ਤੋਂ ਘੱਟ ਨਾਨਕ ਮੇਰਾ ਅਖੀਰ ਵੇਲਾ ਤੇ ਸੰਭਾਲ ਨਹੀਂ। ਬਾਬੇ ਨਾਨਕ ਨੇ ਮਹਿਤਾ ਕਾਲੂ ਜੀ ਨੇ ਆਖਿਆ ਕਿ ਪਿਤਾ ਜੀ, ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਹਾਂ ਕਿ ਤੁਹਾਡੇ ਅਖੀਰ ਵੇਲੇ ਤੋਂ ਪਹਿਲਾਂ ਮੈਂ ਘਰ ਆ ਜਾਵਾਂਗਾ। ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹਨਾਂ ਬਚਨਾਂ ਨੂੰ ਕਮਾਇਆ ਵੀ। ਗੁਰਦੇਵ ਮਹਾਰਾਜ ਫਿਰ ਹਿੰਦੂ ਧਰਮ ਦੇ ਸਥਾਨਾਂ ਵੱਲ ਮਹਾਰਾਜ ਨੇ ਯਾਤਰਾ ਕੀਤੀ, ਜੋ 1507 ਦੇ ਵਿੱਚ ਸਾਧ ਸੰਗਤ ਪਹਿਲੀ ਯਾਤਰਾ ਮਹਾਰਾਜ ਦੇ ਹਿੰਦੂ ਧਰਮ ਦੇ ਸਥਾਨਾਂ ਵੱਲ ਹੈ, ਦੂਸਰੀ ਜੋਗੀਆਂ ਦੇ ਸਥਾਨਾਂ ਵੱਲ, ਤੇ ਤੀਸਰੀ ਜਿਹੜੀ ਹੈ ਇਸਲਾਮ ਦੇ ਸਥਾਨਾਂ ਵੱਲ ਮਹਾਰਾਜ ਨੇ ਯਾਤਰਾ ਕੀਤੀ। ਪਹਿਲਾ ਪੜਾਅ ਜਿੱਥੇ ਜਾ ਕੇ ਮਹਾਰਾਜ ਨੇ ਕੀਤਾ ਨਾ, ਉਹ ਹਰਿਦੁਆਰ ਦੀ ਧਰਤੀ ਹੈ। ਹਰਿਦੁਆਰ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਸੀ ਕਿ ਹਰੀ ਦਾ ਦੁਆਰ, ਹਰੀ ਦਾ ਦਰਵਾਜ਼ਾ, ਉੱਥੇ ਲੋਕੀ ਸੂਰਜ ਨੂੰ ਪਾਣੀ ਚੜ੍ਹਾ ਰਹੇ ਸਨ। ਤੇ ਬਾਬੇ ਨਾਨਕ ਦੀ ਗੱਲ ਸਮਝਾਉਣ ਦਾ ਤਰੀਕਾ ਵੀ ਵੱਖਰਾ ਸੀ। ਜਿਵੇਂ ਗੁਰਦੇਵ ਪਾਤਸ਼ਾਹ ਨੇ ਜਨੇਊ ਵਾਲੇ ਦਿਨ ਇਕੱਠ ਹੋ ਗਿਆ, ਉਸ ਤੋਂ ਬਾਅਦ ਆਪਣੀ ਗੱਲ ਰੱਖੀ। ਲੋਕੀ ਚੜ੍ਹਦੇ ਹੋਏ ਸੂਰਜ ਨੂੰ ਪਾਣੀ ਚੜ੍ਹਾ ਰਹੇ ਨੇ ਤੇ ਬਾਬਾ ਨਾਨਕ ਪੁੱਠੇ ਪਾਸੇ ਪਾਣੀ ਦੇਣ ਲੱਗ ਪਏ। ਜਦੋਂ 4 ਬੰਦੇ ਇਕੱਠੇ ਹੋਏ, ਆਖਣ ਲੱਗੇ, ਇਹ ਬਾਬਾ ਕਿਸ ਪਾਸੇ ਨੂੰ ਪਾਣੀ ਦੇ ਰਿਹਾ ਹੈ? ਮਹਾਰਾਜ ਨੇ ਜਦੋਂ ਲੋਕ ਇਕੱਠੇ ਹੋ ਕੇ ਤੇ ਗੁਰਦੇਵ ਪਾਤਸ਼ਾਹ ਆਖਣ ਲੱਗੇ, ਭਈ ਮੇਰੀ ਤਲਵੰਡੀ ਦੇ ਵਿੱਚ ਖੇਤੀ ਸੁੱਕ ਰਹੀ ਹੈ, ਮੈਂ ਪਾਣੀ ਦੇ ਰਿਹਾ। ਉਹ ਹੱਸਣ ਲੱਗ ਪਏ। ਉਹ ਕਹਿਣ ਲੱਗੇ, ਤੁਹਾਡੀ ਖੇਤੀ ਤੇ ਬੜੇ ਦੂਰ ਤਲਵੰਡੀ ਦੀ ਧਰਤੀ ਉੱਪਰ ਹੈ, ਉਹ ਕਿਵੇਂ ਇੱਥੇ ਪਾਣੀ ਪਹੁੰਚੇਗਾ? ਤੇ ਮਹਾਰਾਜ ਨੇ ਫਿਰ ਸਵਾਲ ਕਰ ਦਿੱਤਾ ਕਿ ਜੇ ਤੁਹਾਡਾ ਪਾਣੀ ਕਰੋੜਾਂ ਅਰਬਾਂ ਮੀਲ ਸੂਰਜ ਤੱਕ ਪਹੁੰਚ ਰਿਹਾ ਹੈ, ਤੁਹਾਡੇ ਪੂਰਵਜਾਂ ਤੱਕ ਪਹੁੰਚ ਰਿਹਾ ਹੈ, ਤੇ ਮੇਰੀ ਤੇ ਫਿਰ ਸੈਂਕੜੇ ਦੇ ਉੱਪਰ ਹੈ। ਲੋਕਾਂ ਨੂੰ ਗੱਲ ਸਮਝ ਆਈ। ਉੱਥੇ ਦੀ ਹੀ ਘਟਨਾ ਹੈ, ਜਦੋਂ ਸਵੇਰ ਹੋਈ ਨਾ, ਜਦੋਂ ਇੱਕ ਵੈਸ਼ਨਵ ਸਾਧ ਸਵੇਰ ਤੋਂ ਉੱਠਿਆ, ਉਸਨੇ ਗਊ ਦਾ ਗੋਬਰ ਇਕੱਠਾ ਕੀਤਾ
चौका लिमिया उसने, लकड़ां धोतियां उसने सुकाइयां, तो फिर जो लकड़ के नाल वो चूल्हा बालन लगा ना जदों, तो धन गुरु नानक सच्चे पातशाह नूं मरदाने ने कहा, मरदानिया असी प्रशादा तैयार कर लीए, जाओ जाके वैष्णो साध दे कोलों जाके ना तुसी अग लैके आ जाओ, चुआती लैके आ जाओ। पर जदों अग लैन जाओ ना तुसी ते चढ़दे वाल नूं जाके खड़े होना। गुरु नानक सच्चे पातशाह महाराज की गल नूं मन के मरदाना जदों गए ना जाके उन्होंने अग की मंग की, वो वैष्णो साहब तप गया। उन्हें अग ते सगों की देनी सी, उन्हें अग की लकड़ चुकी तो मरदाना जी के पिछे पिछे दौड़ पे। मरदाना जी अगे अगे तो पिछे पिछे वैष्णो साध। महाराज कह लगे, वैष्णो साध जी असी तो लकड़ भेजन लई अग लई ये मरदाना भेजिया सी, तुसी क्यों खेचल की है? वो आखन लगे, मैं अग देन नहीं आया, मैनू साड़न आया। गुरदेव पातशाह कह लगे, की हो गया? कह लगे, मैं सवेर तो उठिया, सवेर तो उठ के गोबर इकट्ठा किया, गोबर के नाल चौका लिमिया, कारां कढ़ियां, लकड़ां नूं धोता, लकड़ां नूं धो के सुकाया, तो हुण जदों मैं अग बाली तो इन्हें आके मेरे चौके नूं भ्रिष्ट दिता है। हुण गुरु नानक सच्चे पातशाह की वारी आई। महाराज कहन लगे, मरदानिया देखना इन्हां दा धर्म कितना कमज़ोर है, इन्हां दा धर्म कितना कमज़ोर है कि तेरे केवल परछावें दे नाल इहदे सारा कीता होया कर्म भ्रिष्टिया गया। वो कहन लगा कि चार जातां ऐसियां ने जिन्हां दे नाल सारा कर्म जिहड़ा है वो भ्रिष्टिया जांदा है। एक ते डोम जिन्हों मरासी कहते हैं, एक चंडाल हो गया, एक चूड़ा हो गया, ते एक ठग खादा मुरदार। बाबे नानक ने फिर उत्थे रहमत की, गुरदेव पातशाह ने शब्द उच्चारण किया। महाराज आखने कि कुबुद्ध डूमणी, तेरी भैड़ी मत जड़ी है ना वो डूम है, मरासी है। तू तो जातां दे भरम दे विच पिया होया, असल दे तेरी मत जड़ी है ना वही डूम बनी पई है। कुबुद्ध डोमणी कुदया कसायण, लोकां दे उपर दया ना करनी एक कसाई दा काम है, तू कसाइयां वाला काम करने। कुबुद्ध डोमणी कुदया कसायण, पर निंदा घट चूड़ी, ते पराई निंदा करना ये चूड़ियां दा काम है। ते महाराज आखते हैं कि मुट्ठी क्रोध चंडाल, ते चंडाल रूपी हंकार दे विच विकारां ते तू ठगिया हुए। कारी कड्डी क्या थी है जां चारे बैठियां नाल, इन्हां कारां कड्डण दे नाल की लाभ, इहदे चारे तेरे अंदर बैठियां हुईयां ने। वैष्णो साध ने वो लकड़ परां सुट दित्ती, कहन लगा मैनूं समझ ही आ जाई है। गुरु नानक सच्चे पातशाह महाराज दे चरनां दे ओ पिया, ते गुरु नानक सच्चे पातशाह ने नाम दे नाल जोड़ के उहदे जीवन नूं पवित्र कर दिता। क्योंकि भाई साहब आखते हैं कि जिथे बाबा पैर धरे पूजा आसन, थापण सोहा सतगुर रहमत करन। गुरदेव पातशाह महाराज दी जो गुरदेव पातशाह ने यात्रावां शुरू कीतियां, जिन्हों भाई साहब आखते हैं कि बाबा देखे ध्यान तर, जलती सब प्रथमी दिसियाई। बाबे नानक लोगों के उधार लिए, जगत जलंदे की रखिया लिए पातशाह महाराज अपना घर बार त्याग के गुरदेव पातशाह इन्हां चार यात्रावां दे उपर निकले। सतगुर रहमत करन।